वॉइस, आपकी सोच, आपकी आवाज। अब रुक करते हैं पंजाब की ओर। भटिंडा के बहीमन दीवाना गांव के पास 11 फरवरी को एक सूटकेस में युवती का शव मिलना, जिसके बाद मामले में पुलिस ने बड़ा खुलासा किया है। इस हत्याकांड में युवती के प्रेमी को ही आरोपी पाया गया है। पुलिस के अनुसार आरोपी की पहचान प्रिंस के रूप में हुई है, जो गुलाबगढ़ का निवासी है। जांच में सामने आया कि युवती अपने प्रेमी को नशा करने से रोकती थी। इसी बात को लेकर दोनों के बीच विवाद हुआ और गुस्से में आकर आरोपी ने चाकू से वार कर युवती की हत्या कर दी। 11 फरवरी ਨੂੰ ਤਕਰੀਬਨ 12:30 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਨ ਕਲਾ ਕੋਲ ਜੋ ਸਟੇਟ ਹਾਈਵੇ ਹੈ ਉੱਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ, ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਹੈਗੀ ਜੋ ਕਿ ਅੱਧ ਜਲੀ ਹਾਲਤ ਦੇ ਵਿੱਚ ਸੀਗੀ। ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ। ਮੇਰੇ ਸਾਥ ਮੇਰੇ ਡੀਐਸਪੀ रूरल ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਨਾਲ ਦੇ ਨਾਲ ਸੀਆਈ ਦੀ ਟੀਮ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ। ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ। ਐਸਪੀਡੀ ਦੀ ਓਵਰਆਲ ਸੁਪਰਵਿਜ਼ਨ ਸੀਗੀ, ਟੀਮ ਦੇ ਸੁਪਰਵਿਜ਼ਨ ਕਰ ਰਹੇ ਸੀਗੇ ਤੇ ਸੀਸੀਟੀਵੀ ਨੂੰ ਵੀ ਚੈੱਕ ਕੀਤਾ ਗਿਆ ਆਸ-ਪਾਸ ਦੇ ਤੇ ਇਸ ਸੀਸੀਟੀਵੀ ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ। ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਫਤੀਸ਼ ਇਹਦੇ ਨਾਲ ਹੀ ਜੋ ਵਿਕਟਿਮ ਸੀਗੀ, ਡਿਸੀਜ਼ ਜੋ ਸੀਗੀ, ਉਹਦਾ ਫੇਸ ਕਿਉਂਕਿ ਆਈਡੈਂਟੀਫਾਈਏਬਲ ਸੀਗਾ, ਫੇਸ ਨੂੰ ਇੰਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਨ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ। ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਤੇ ਰਹਿਣ ਵਾਲੀ ਸੀਗੀ, ਹਾਲ ਕੀ ਕੜੀ ਹੋਏ थे पटिंडा विखे रह रही थी। आम आदमी पार्टी की पटियाला जिला यूनिट ने कांग्रेस के खिलाफ जोरदार प्रदर्शन किया। कार्यकर्ता पटियाला से सांसद धर्मवीर गांधी के घर बाहर जुटे और नारे लगाए। एमएलए अजितपाल सिंह कोहली ने चेतावनी दी कि माफी न मिलने पर आंदोलन तेज होगा। पार्टी नेताओं ने कहा कि जातिवादी सोच बर्दाश्त नहीं की जाएगी। मैं सरदार भगवंत सिंह मान साहब की गल याद आती है भी ज्यों-ज्यों ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤ ਕੰਮ ਕਰਦੇ ਜਾਵਾਂਗੇ ਉਹ ਇਹ ਸਾਰੇ ਹਿੱਲਦੇ ਜਾਣਗੇ। ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਜਿਹੜੇ ਕਿ ਬੜੇ ਸੀਜ਼ਨਡ पॉलिटिशियन ने, मैं समझदा। बनूर से एक सेंसिटिव मामला सामने आया है, जहां एक कोल्ड स्टोर से करीब 30,000 किलो बीफ बरामद हुई है। मामले की जानकारी मिलने के बाद पुलिस ने केस दर्ज कर जांच शुरू कर दी है। इस मामले को लेकर लोकल लेवल पर भी चर्चाएं तेज हो गई हैं। पंजाब और हरियाणा हाई कोर्ट के वकील देवेंद्र राजपूत ने इसकी पुष्टि की है। फिलहाल पुलिस मामले की जांच कर रही है और ऑफिशियल जानकारी का इंतजार है। बीजेपी नेताओं ने नरेंद्र कौर भारत के आरोप पर कड़ा जवाब दिया है। 2022 में धुरी से चुनाव लड़ चुके रणदीप सिंह ने कहा कि भारत एक हफ्ते में कथित लोकल नेता का नाम बताएं वरना लीगल एक्शन होगा। सरजीवन जिंदल और अमनदीप सिंह पुनिया ने भी आरोपों को बेबुनियाद बताया है। भारत ने दावा किया कि एक स्थानीय नेता की मुलाकात सीएम नायब सैनी से हुई, जहां टिकट ऑफर की बात हुई। मामला तूल पकड़ता जा रहा है। तो पार्टी के उत्ते इल्जाम लाते हैं कि मैनू खरीदण की कोशिश की गई है ਜਾਂ ਮੈਨੂੰ ਕੋਈ ਕਿਹਾ ਗਿਆ ਵੀ ਅਸੀਂ ਤੁਹਾਨੂੰ 2027 ਦੇ ਵਿੱਚ ਇਲੈਕਸ਼ਨ ਲੜਾਵਾਂਗੇ ਸੰਗਰੂਰ ਹਲਕੇ ਦੇ ਉੱਤੋਂ ਤੇ ਸੀਐਮ ਸੈਣੀ ਦਾ ਨਾਮ ਲੈਂਦੇ ਆ। ਤੇ ਕੱਲ ਦੀ ਸਾਨੂੰ ਜਿਹੜੇ ਲੋਕਲ ਲੋਕ ਨੇ ਸੰਗਰੂਰ ਹਲਕੇ ਦੇ ਉਹਨਾਂ ਦੇ ਬਾਰ-ਬਾਰ ਫੋਨ ਆ ਰਹੇ, ਸੈਂਕੜੀ ਫੋਨ ਆ ਗਏ, ਸਾਰੀ ਇੱਥੇ ਲੀਡਰਸ਼ਿਪ ਬੈਠੀ ਹੈ ਤੇ ਸਾਨੂੰ ਸਾਰੇ ਉਲਾਂਭਾ ਦੇ ਰਹੇ ਆ ਵੀ ਇਦੋਂ ਨਕੰਮੀ ਲੀਡਰ ਨਹੀਂ ਤੁਹਾਨੂੰ ਕੋਈ ਲੱਭੀ, ਕਿਉਂਕਿ ਜਿਹੜਾ ਅੱਜ ਸੰਗਰੂਰ ਦੇ ਵਿੱਚ ਹਾਲ ਹੈ ਤੇ ਸਾਡੇ ਤੋਂ ਸਵਾਲ ਇਸ ਕਰਕੇ ਪੁੱਛੇ ਜਾ ਰਹੇ ਕਿਉਂਕਿ ਉਹਨੇ ਨਾਮ ਲਿਆ ਵੀ ਲੋਕਲ ਲੀਡਰ ਨੇ ਕਿਸੇ ਨੇ ਅਪਰੋਚ ਕੀਤਾ ਮੇਰੇ ਨਾਲ ਤੇ ਲੋਕ ਸਾਨੂੰ ਬਾਰ-ਬਾਰ ਉਲਾਂਭੇ ਦੇ ਰਹੇ ਆ ਤੇ ਸਾਨੂੰ ਬੜਾ ਇਸ ਗੱਲ ਦਾ ਫੀਲ ਹੋ ਰਿਹਾ, ਸ਼ਰਮ ਮਹਿਸੂਸ ਹੋ ਰਹੀ ਹੈ ਤੇ ਲੋਕ ਕਹਿ ਰਹੇ ਆ ਵੀ ਜਿਹਦੇ ਉੱਤੇ ਪਾਥੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ, ਜਿਹਦੇ ਉੱਤੇ 55 ਲੱਖ ਦੀ ਰਿਸ਼ਵਤ ਲੈ ਕੇ ਭਵਾਨੀਗੜ੍ਹ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਇਲਜ਼ਾਮ ਲੱਗੇ, ਜਿਹੜੀ ਆਪਦੇ ਪਿੰਡ ਦੇ ਵਿੱਚੋਂ ਬਲਾਕ ਸੰਮਤੀ ਵੇਲੇ ਇਲੈਕਸ਼ਨ ਖੁਦ ਦੇ ਪਿੰਡ ਦੇ ਵਿੱਚੋਂ ਹਾਰ ਜਾਂਦੀ ਹੈ ਤੇ ਅੱਜ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ ਐਮਸੀ ਇਸ ਕਰਕੇ ਛੱਡ ਕੇ ਚਲੇ ਗਏ ਸੰਗਰੂਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ, ਕਿਉਂਕਿ ਕੋਈ ਸੰਗਰੂਰ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ। ਤਾਂ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਬਾਕੀ ਤਾਂ ਕਲੀਅਰ ਕਰ ਚੁੱਕੇ ਆ
ਸੈਣੀ ਸਾਹਿਬ ਵੀ ਕਲੀਅਰ ਕਰ ਚੁੱਕੇ ਆ, ਸਾਡੇ ਪਾਰਟੀ ਦੇ ਵੱਡੇ ਲੀਡਰ ਵੀ ਕਲੀਅਰ ਕਰ ਚੁੱਕੇ ਆ। ਪਰ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਇਹ ਹੈ ਕਿ ਬੀਬਾ ਜੀ ਨੇ ਨਾਮ ਲਿਆ ਲੋਕਲ ਲੀਡਰ ਦਾ, ਤੇ ਅਸੀਂ ਸਾਰਿਆਂ ਨਾਲ ਸੰਪਰਕ ਕੀਤਾ ਹੈ। ਕੁਝ ਸਾਡੇ ਸੀਨੀਅਰ, ਮੇਰੇ ਤੋਂ ਵੀ ਸੀਨੀਅਰ ਲੋਕ ਇੱਥੇ ਬੈਠੇ ਆ, ਤੇ ਸਾਡੇ ਚੋਂ ਤਾਂ ਕਿਸੇ ਨੇ ਕਿਹਾ ਨਹੀਂ। ਤਾਂ ਅਸੀਂ ਬੀਬਾ ਜੀ ਨੂੰ ਕਹਿਣਾ ਚਾਹੁੰਦੇ ਆ ਵੀ ਸਾਨੂੰ ਬਦਨਾਮ ਨਾ ਕਰੋ, ਸਾਨੂੰ ਲੋੜ ਨਹੀਂ ਤੁਹਾਡੇ ਵਰਗੀ ਨਿਕੰਮੀ ਲੀਡਰ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ। इनेलो ने हरियाणा में पेंशन कटौती के विरोध में 20 फरवरी को पंचकुला में प्रस्तावित राज्य स्तरीय प्रदर्शन स्थगित कर दिया है। पार्टी ने दावा किया है कि सरकार ने विरोध से घबराकर काटी गई पेंशन बहाल की है। उन्होंने कहा कि पेंशन आमदनी नहीं सम्मान है। मालिक ने बीजेपी पर घबराहट का आरोप लगाते हुए सीएम को सलाह दी कि पंजाब की राजनीति छोड़ हरियाणा के मुद्दे सुलझाएं। उन्होंने राज्य की कानून व्यवस्था पर भी सवाल उठाए हैं। आपको अचानक कष्ट दिया, जैसे भी आप सभी को पता है, एक अचानक सार्वजनिक भलाई का मुद्दा पिछले 1 महीने से चल रहा था। सरकार ने बुढ़ापा पेंशन के अंदर कटौती लगा दी और आयु सीमा के साथ साथ 3 लाख की आमदनी की भी कटौती लगा दी कि जिसकी इससे ऊपर आमदनी है उसकी पेंशन काटी जाएगी, काटनी भी शुरू कर दी। तो हमारे राष्ट्रीय अध्यक्ष ने और पार्टी ने फैसला किया कि भाई इस बात का हम पुरजोर विरोध करेंगे और ये सरकार को इस बात की इजाज़त नहीं दी जाएगी, क्योंकि पेंशन तो एक मेंटेनेंस अलाउंस है, वो कोई आमदनी नहीं है। सम्मान पेंशन के नाम से ताऊ देवीलाल जी ने उस टाइम पर शुरू की थी और एक सम्मान ही है, कोई आमदनी के बेसिस पे इसमें कोई कटौती नहीं लाई जा सकती और वैसे है भी नहीं। ऑल ओवर कहीं पेंशन नहीं काटी जाती, वर्ल्ड ओवर पेंशन का कोई इनकम टैक्स या उससे कोई लेना देना नहीं। और इनकम टैक्स भी आज के दिन तो 5 लाख और 10 लाख से कम इनकम टैक्स कटता ही नहीं। तो ये एक सामाजिक अन्याय और इंडियन नेशनल लोक दल ने चौधरी। खबर फिरोजपुर से है, जहां एक व्यक्ति ने अपनी पत्नी और बेटे को गोली मार दी, लेकिन इसके बाद उसने खुद को भी गोली मार ली। खबरों के मुताबिक ऐतिहासिक गांव बाजितपुर में एक व्यक्ति ने अपनी पत्नी और बेटे की गोली मारकर हत्या कर दी। ਪਿੰਡ ਬਜੀਤਪੁਰ ਜਾ ਅੱਜ ਸ਼ਾਮ ਕਰੀਬ 3 ਵਜੇ ਬਹੁਤ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ, ਜਿਸ ਵਿੱਚ ਹੁਣ ਤੱਕ ਇਹ ਪਤਾ ਲੱਗਿਆ ਕਿ ਇੱਕ ਵਿਅਕਤੀ ਨਾਮਕ ਜਗਸੀਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸਨੇ ਆਪਣੇ ਘਰ ਵਿੱਚ ਆਪਣੀ ਵਾਈਫ ਤੇ ਆਪਣੇ ਬੱਚੇ ਨੂੰ ਗੋਲੀ ਮਾਰ ਕੇ ਉਸ ਤੋਂ ਬਾਅਦ ਆਪਣੇ ਸਿਰ 'ਚ ਗੋਲੀ ਮਾਰੀ ਹੈ। ਪਰਿਵਾਰ 'ਚ ਆ ਜਿਹੜੇ 3 ਮੈਂਬਰਸ ਘਰੇ ਮੌਜੂਦ ਸੀਗੇ, ਪਤਨੀ ਨਵਨੀਤ ਕੌਰ ਤੇ ਬੇਟਾ ਵਾਰਿਸਦੀਪ ਸਿੰਘ ਜਿਸ ਦੀ ਉਮਰ 4 ਸਾਲ ਹੈ। ਇਹਨਾਂ ਤਿੰਨਾਂ ਦੇ ਗੋਲੀ ਵੱਜੀ ਹੈ। ਪਤਨੀ ਦੇ ਸਿਰ ਵਿੱਚ ਗੋਲੀ ਵੱਜੀ ਹੈ ਤੇ ਬੇਟੇ ਦੇ ਲਿਵਰ 'ਚ ਗੋਲੀ ਹੈ ਤੇ ਆਲ ਆਫ them ਆਰ ਅੰਡਰ ਟ੍ਰੀਟਮੈਂਟ। ਬੇਟੇ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਤੇ ਇਸ ਮੌਕੇ ਤੇ ਹਸਬੈਂਡ ਤੇ ਵਾਈਫ ਉਹਨਾਂ ਨੂੰ ਵੀ ਰੈਫਰ। पंजाब सरकार पिछले कई महीनों से ड्रग्स और बुरे लोगों के खिलाफ अभियान चला रही है। वहीं चहल के निर्दोषों पर अभियान के तहत आने जाने वालों की स्पेशल चेकिंग की जा रही है। मानयोग SSP ਸਾਹਿਬ ਸ਼੍ਰੀ ਸਰਤਾਜ ਸਿੰਘ ਚਹਿਲ ਤੇ ਉੱਚ ਅਫਸਰਾਂ ਦੀਆਂ ਜੋ ਡਾਇਰੈਕਸ਼ਨਾਂ ਨੇ ਦੇ ਵਾਏ ਵੀ ਵਾਰੀ ਕਦੇ ਬੱਸ ਸਟੈਂਡ, ਕਦੇ ਰੇਲਵੇ ਸਟੇਸ਼ਨਾਂ ਦੀ ਭੀੜ ਭੜੱਕੇ ਵਾਲੀ ਜਗ੍ਹਾ ਦੀ, ਜਿਵੇਂ ਹੁਣ ਫੈਸਟੀਵਲ ਚੱਲ ਰਹੇ ਨੇ, ਉਹਦੇ ਮੱਦੇਨਜ਼ਰ ਤੇ ਅੱਜ ਅਸੀਂ ਰੇਲਵੇ ਸਟੇਸ਼ਨ ਸੰਗਰੂਰ ਦੀ ਅਸੀਂ ਕਾਸੋ ਸਰਚ ਅੱਜ DSP ਸੁਖਦੇਵ ਸਿੰਘ ਤੇ ਇਹਨਾਂ ਦੀ ਸਬ ਡਿਵੀਜ਼ਨ ਦੀ ਫੋਰਸ ਨਾਲ ਕਰ ਰਹੇ ਹਾਂ। ਟ੍ਰੇਨ ਦਾ ਵੀ ਟਾਈਮ ਹੈ ਤੇ ਲੋਕ ਪੈਸੇਂਜਰ ਬੈਠੇ ਨੇ, ਉਹਨਾਂ ਨੂੰ ਵੀ ਅਸੀਂ ਸ਼ੱਕੀ ਪੁਰਸ਼ਾਂ ਨੂੰ ਚੈੱਕ ਕੀਤਾ ਹੈਗਾ ਤੇ ਠੀਕ ਠਾਕ ਹੈ। ਅਦਰਵਾਈਜ਼ ਇਹ ਸਾਡਾ ਅਭਿਆਨ ਹਮੇਸ਼ਾ ਹੀ ਜਾਰੀ ਰਹੇਗਾ। ਕੋਈ ਸ਼ੱਕੀ ਵਿਅਕਤੀ ਮਿਲਿਆ ਜੀ ਅੱਜ ਕੋਈ? ਨਹੀਂ, ਫਿਲਹਾਲ ਨਹੀਂ ਮਿਲਿਆ। ਜੋ ਵੀ ਮਿਲੇ ਸੀ ਅੱਜ ਸਵੇਰੇ ਵੀ ਅਸੀਂ ਕੀਤੀ ਸੀ, ਉਹ ਅਸੀਂ ਕੁਝ ਕੁ ਰਾਉਂਡ ਅਪ ਕਰ ਲਏ ਨੇ, ਉਹਨਾਂ ਨੂੰ ਅਸੀਂ ਚੈੱਕ ਕਰਕੇ ਜੋ ਵੀ ਸਾਡੀ ਬਣਤੀ है 172 BNS ਦੀ। राजा वड़िंग ने कांग्रेस नेता राहुल गांधी की सदस्यता रद्द किए जाने, किसानों की समस्याओं और राजनीतिक गठबंधनों पर विस्तृत बयान दिया। राजा वड़िंग ने कहा कि राहुल गांधी के खिलाफ पहले भी कई फैसले लिए गए हैं,
जैसे कि सुरक्षा वापसी, लेकिन वह लगातार लोगों के मुद्दे उठाते रहे हैं। उन्होंने आरोप लगाया कि किसानों से मिलने नहीं दिया गया। वड़िंग ने कहा कि केंद्र और राज्य सरकार की नीतियों से पंजाब के किसानों को नुकसान हो रहा है। उन्होंने अमेरिका के साथ हुए समझौते का हवाला देते हुए कहा कि किसानों को उसकी जानकारी नहीं दी गई। ये है कि राहुल गांधी जी मेंबर ऑफ पार्लियामेंट बनने के लिए तो संसद में नहीं जाते हैं, क्योंकि ऐसी ताकतें उन्होंने बहुत देख ली। राहुल गांधी चाहते तो देश के प्रधानमंत्री बन सकते थे। कैसे, आप पूछिए। डॉक्टर मनमोहन सिंह जी को जो सेकंड टर्म दिया गया, केंद्रीय मंत्री बन सकते थे। तो डॉक्टर साहब ने खुद कह रहे थे मैडम को कि आप राहुल जी को आगे कीजिए, मेरी सेहत भी इजाज़त नहीं देती है। तो मेरे को लगता है सोनिया गांधी जी और राहुल जी ने फैसला लिया कि नहीं, डॉक्टर साहब ही इस देश का नेतृत्व करेंगे। केंद्र मंत्री बन सकते थे, गृह मंत्री बन सकते थे, डिफेंस मिनिस्टर बन सकते, उसमें तो कोई आपत्ति है ही नहीं थी। तो राहुल गांधी देश के लोगों की लड़ाई लड़ने के लिए उस संसद में जाते हैं। अगर संसद की सदस्यता रद्द कर दोगे, पहले भी आपने तो रद्द कर दी थी, फिर सुप्रीम कोर्ट ने बहाल की, आपने तो तुरंत फैसला ले लिया। फिलहाल मेरे साथ इस बुलेटिन में इतना ही। बाकी देश और दुनिया की तमाम खबरों के लिए देखते रहिए इंडिया वॉइस। इंडिया वॉइस, आपकी सोच, आपकी आवाज।